ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਤਰਫੋਂ 12ਵੀਂ ਜਮਾਤ ਦਾ ਰਾਜਨੀਤੀ ਸ਼ਾਸਤਰ ਵਿਸ਼ੇ ਦਾ ਯੂਨਿਟ 1 ਦਾ ਚੈਪਟਰ ਨੰਬਰ 1 ਪੋਲੀਟੀਕਲ ਸਿਸਟਮ ਰਾਜਨੀਤਿਕ ਪ੍ਰਣਾਲੀ ਭਾਗ 3 ਲੈ ਕੇ ਹਾਜ਼ਰ ਹੋਏ ਹਾਂ। ਸੋ ਸਮੂਹ ਅਧਿਆਪਕ ਸਹਿਬਾਨਾਂ ਅਤੇ ਪਿਆਰੇ ਵਿਦਿਆਰਥੀਆਂ ਦਾ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਭਾਗ 1 ਦੇ ਵਿੱਚ ਅਸੀਂ ਰਾਜਨੀਤਿਕ ਪ੍ਰਣਾਲੀ ਦਾ ਅਰਥ, ਸ਼ਬਦੀ ਅਰਥ, ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਵਿੱਚ ਵਿਚਾਰ ਚਰਚਾ ਕੀਤੀ। ਭਾਗ 2 ਦੇ ਵਿੱਚ ਅਸੀਂ ਰਾਜਨੀਤਿਕ ਪ੍ਰਣਾਲੀ ਦੇ ਮੁੱਖ ਕੰਮ, ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਦੇ ਮੁੱਖ ਤੱਥਾਂ, ਵਾਤਾਵਰਣ ਕੀ ਹੁੰਦਾ ਹੈ ਜੋ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ, ਨਿਵੇਸ਼ ਕੀ ਹੁੰਦੇ ਹਨ ਅਤੇ ਨਿਕਾਸ ਕੀ ਹੁੰਦੇ ਹਨ, ਇਹਨਾਂ ਬਾਰੇ ਵਿੱਚ ਅਸੀਂ ਵਿਸਥਾਰਪੂਰਵਕ ਚਰਚਾ ਕੀਤੀ। ਅੱਜ ਅਸੀਂ ਭਾਗ 3 ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੇ ਜਿਹੜੇ 2 ਤਰ੍ਹਾਂ ਦੇ ਕਾਰਜ ਆ, ਜਿਸ ਤਰ੍ਹਾਂ ਅਸੀਂ ਪਿਛਲੇ ਚੈਪਟਰ ਦੇ ਵਿੱਚ ਕੀਤਾ ਕਿ ਰਾਜਨੀਤਿਕ ਪ੍ਰਣਾਲੀ ਦਾ ਜਿਹੜਾ ਮੁੱਖ ਕੰਮ ਆ ਉਹ ਨਿਵੇਸ਼ਾਂ ਨੂੰ ਨਿਕਾਸਾਂ ਦੇ ਵਿੱਚ ਬਦਲਣਾ ਹੈ। ਮੁੱਖ ਕੰਮ ਕੀ ਹੈ? ਨਿਵੇਸ਼ਾਂ ਨੂੰ ਨਿਕਾਸਾਂ ਦੇ ਵਿੱਚ ਬਦਲਣਾ। ਸੋ ਕਿੰਨੇ ਤਰ੍ਹਾਂ ਦੇ ਕਾਰਜ ਇਹਦੇ ਵਿੱਚੋਂ ਨਿਕਲ ਕੇ ਸਾਡੇ ਸਾਹਮਣੇ ਆਏ? 2 ਤਰ੍ਹਾਂ ਦੇ ਕਾਰਜ ਨਿਕਲ ਕੇ ਸਾਡੇ ਸਾਹਮਣੇ ਆਏ। ਪਹਿਲਾ ਹੈ ਨਿਵੇਸ਼ ਕਾਰਜ ਤੇ ਦੂਸਰਾ ਨਿਕਾਸ ਕਾਰਜ। ਸੋ ਪਿਆਰੇ ਵਿਦਿਆਰਥੀਓ, ਅੱਜ ਅਸੀਂ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ ਕੀ ਹੁੰਦੇ ਹਨ ਤੇ ਕਿਹੜੇ-ਕਿਹੜੇ ਹੁੰਦੇ ਹਨ ਉਹਦੇ ਵਿੱਚ ਵਿਚਾਰ ਚਰਚਾ ਕਰਾਂਗੇ ਅਤੇ ਅੰਤ ਦੇ ਵਿੱਚ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਅੰਤਰ ਹੈ। ਇਹ ਆਮ ਤੌਰ ਤੇ ਸਵਾਲ ਪੁੱਛ ਲਿਆ ਜਾਂਦਾ ਕਿ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਦੱਸੋ। ਉਹਦੇ ਬਾਰੇ ਵਿੱਚ ਵੀ ਅਸੀਂ ਚਰਚਾ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਰਾਜਨੀਤਿਕ ਪ੍ਰਣਾਲੀ ਦੇ ਕਾਰਜ, ਨਿਵੇਸ਼ ਕਾਰਜ ਅਸੀਂ ਕਰਾਂਗੇ, ਜਿਹਦੇ ਵਿੱਚ ਅਸੀਂ ਪਹਿਲਾਂ ਨਿਵੇਸ਼ਾਂ ਦੀ ਗੱਲ ਕੀਤੀ ਸੀ ਕਿ ਨਿਵੇਸ਼ਾਂ ਦੇ ਵਿੱਚ 2 ਕਿਸਮਾਂ, ਮੰਗਾਂ ਤੇ ਸਮਰਥਨ। ਉਹਦੇ ਨਾਲ ਕਿਹੜੇ ਕਾਰਜ ਸਾਡੇ ਸਾਹਮਣੇ ਆਉਂਦੇ ਆ? ਸੋ ਸਭ ਤੋਂ ਪਹਿਲਾ ਕਾਰਜ ਹੈ ਰਾਜਨੀਤਿਕ ਸਮਾਜੀਕਰਨ ਤੇ ਭਰਤੀ। ਸੋ ਰਾਜਨੀਤਿਕ ਪ੍ਰਣਾਲੀ ਦਾ ਮੁੱਢਲਾ ਕਾਰਜ ਕੀ ਹੈ? ਰਾਜਨੀਤਿਕ ਸਮਾਜੀਕਰਨ ਤੇ ਭਰਤੀ। ਰਾਜਨੀਤਿਕ ਸਮਾਜੀਕਰਨ ਕੀ ਹੁੰਦਾ ਹੈ? ਇਸ ਤੋਂ ਪਹਿਲਾਂ ਸਾਨੂੰ ਸਮਝਣ ਤੋਂ ਪਹਿਲਾਂ ਸਾਨੂੰ ਰਾਜਨੀਤਿਕ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਕਿ ਰਾਜਨੀਤਿਕ ਪ੍ਰਣਾਲੀ ਸੰਬੰਧੀ ਲੋਕਾਂ ਦੇ ਜੋ ਵਿਸ਼ਵਾਸ, ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ ਤੇ ਭਾਵਨਾਵਾਂ ਹੁੰਦੀਆਂ ਹਨ, ਉਹਨਾਂ ਨੂੰ ਸਮੂਹਿਕ ਰੂਪ ਦੇ ਵਿੱਚ ਕੀ ਨਾਂ ਦਿੱਤਾ ਗਿਆ ਹੈ? ਰਾਜਨੀਤਿਕ ਸੱਭਿਆਚਾਰ। ਤੇ ਰਾਜਨੀਤਿਕ ਸੱਭਿਆਚਾਰ ਕੀ ਹੈ? ਲੋਕਾਂ ਦੀਆਂ ਕਦਰਾਂ ਕੀਮਤਾਂ, ਭਾਵਨਾਵਾਂ, ਦ੍ਰਿਸ਼ਟੀਕੋਣ ਕਿਸ ਸੰਬੰਧ ਦੇ ਵਿੱਚ? ਰਾਜਨੀਤੀ ਦੇ ਸੰਬੰਧ ਦੇ ਵਿੱਚ। ਤਾਂ ਉਸ ਨੂੰ ਕੀ ਕਹਿੰਦੇ ਸਮੂਹਿਕ ਰੂਪ ਦੇ ਵਿੱਚ? ਰਾਜਨੀਤਿਕ ਸੱਭਿਆਚਾਰ। ਸੋ ਪਿਆਰੇ ਵਿਦਿਆਰਥੀਓ, ਰਾਜਨੀਤਿਕ ਸੱਭਿਆਚਾਰ ਆ ਜਿਹੜਾ, ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਣਾ ਜ਼ਰੂਰੀ ਹੈ। ਜਿਸ ਤਰ੍ਹਾਂ ਸਾਡਾ ਅਸੀਂ ਆਮ ਗੱਲ ਕਰੀਏ, ਕੋਈ ਵੀ ਸੱਭਿਆਚਾਰ ਆ ਉਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਦਾ। ਸੋ ਇਸੇ ਤਰ੍ਹਾਂ ਹੀ ਰਾਜਨੀਤਿਕ ਸੱਭਿਆਚਾਰ ਆ ਜਿਹੜਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਦੀ ਜੋ ਪ੍ਰਕਿਰਿਆ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਰਾਜਨੀਤਿਕ ਸਮਾਜੀਕਰਨ। ਕਿਉਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣਾ? ਉਸ ਨੂੰ ਸੱਭਿਆਚਾਰ ਨੂੰ, ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਣ ਦੇ ਲਈ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਦਾ ਰਹੇ ਕਿ ਸਾਡਾ ਰਾਜਨੀਤਿਕ ਸੱਭਿਆਚਾਰ ਕੀ ਹੈ, ਉਹਨੂੰ ਜਾਣੂ ਕਰਵਾਉਣ ਦੇ ਲਈ। ਸੋ ਰਾਜਨੀਤਿਕ ਪ੍ਰਣਾਲੀ ਦਾ ਜਿਹੜਾ ਮੁੱਢਲਾ ਕਾਰਜ, ਮੁੱਖ ਕੰਮ ਹੈ, ਨਿਵੇਸ਼ ਕਾਰਜ ਦੇ ਵਿੱਚ ਨੰਬਰ 1 ਤੇ ਹੈ ਰਾਜਨੀਤਿਕ ਸਮਾਜੀਕਰਨ। ਸੋ ਰਾਜਨੀਤਿਕ ਸਮਾਜੀਕਰਨ ਕਰਨ ਦੇ ਲਈ ਕਰਮਚਾਰੀਆਂ, ਅਧਿਕਾਰੀਆਂ ਦੀ ਭਰਤੀ ਵੀ ਕਰਨੀ ਪੈਂਦੀ ਹੈ। ਸੋ ਇਹ ਵੀ ਰਾਜਨੀਤਿਕ ਪ੍ਰਣਾਲੀ ਦਾ ਕਾਰਜ ਹੈ। ਸੋ ਇਸੇ ਰਾਜਨੀਤਿਕ ਸਮਾਜੀਕਰਨ ਤੇ ਭਰਤੀ। ਸੋ ਪਿਆਰੇ ਵਿਦਿਆਰਥੀਓ, ਅਗਲਾ ਜੋ ਕਾਰਜ ਹੈ ਦੂਸਰਾ ਨਿਵੇਸ਼ ਕਾਰਜ ਦੇ ਵਿੱਚ ਹੀ ਹੈ ਹਿੱਤ ਸਰੂਪੀਕਰਨ। ਕੀ ਹੈ? ਹਿੱਤ ਸਰੂਪੀਕਰਨ। ਹਿੱਤ ਸਾਡੀਆਂ ਇੱਛਾਵਾਂ, ਸਾਡੇ ਉਦੇਸ਼, ਉਹਨਾਂ ਦਾ ਸਰੂਪੀਕਰਨ, ਜੋ ਅਸੀਂ ਚਾਹੁੰਦੇ ਹਾਂ, ਜੋ ਸਾਡੀਆਂ ਮੰਗਾਂ,
ਉਹਨਾਂ ਦਾ ਸਰੂਪੀਕਰਨ। ਸੋ ਹਿੱਤ ਸਰੂਪੀਕਰਨ ਤੋਂ ਕੀ ਭਾਵ ਹੈ? ਜਦੋਂ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ, ਕੀ ਗੱਲ ਹੋ ਰਹੀ ਹੈ? ਜਦੋਂ ਕੋਈ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਕੁਝ ਮੰਗਾਂ ਰੱਖਦੇ ਆ, ਤਾਂ ਇਹਨਾਂ ਮੰਗਾਂ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਜੋ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਹਿੱਤ ਸਰੂਪੀਕਰਨ। ਯਾਦ ਰੱਖਣਾ ਕਿ ਜਦੋਂ ਕੋਈ ਵਿਅਕਤੀ ਜਾਂ ਵਿਅਕਤੀਆਂ ਦਾ ਸਮੂਹ ਆਪਣੀਆਂ ਮੰਗਾਂ ਨੂੰ ਨੀਤੀ ਨਿਰਮਾਤਾਵਾਂ ਦੇ ਸਾਹਮਣੇ, ਜਿਨ੍ਹਾਂ ਦੇ ਅਸੀਂ ਆਪਣੀਆਂ ਮੰਗਾਂ ਤੇ ਨੀਤੀਆਂ ਬਣਵਾਉਣੀਆਂ ਚਾਹੁੰਦੇ ਹਾਂ ਕਿ ਇਹ ਨੀਤੀ ਤਿਆਰ, ਨਿਯਮ ਤਿਆਰ ਕੀਤਾ ਜਾਵੇ, ਉਹਨਾਂ ਮੰਗਾਂ ਨੂੰ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਪੇਸ਼ ਕਰਦਾ, ਤਾਂ ਉਸ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਹਿੱਤ ਸਰੂਪੀਕਰਨ। ਸੋ ਪਿਆਰੇ ਵਿਦਿਆਰਥੀਓ, ਇਹਦੇ ਵਿੱਚ ਉਦਾਹਰਨ ਦੇ ਤੌਰ ਤੇ ਅਸੀਂ ਲਵਾਂਗੇ ਕਿ ਕੌਣ ਕੌਣ ਕਰਦਾ ਹੈ? ਰਾਜਨੀਤਿਕ ਕਾਰਜਪਾਲਿਕਾ। ਰਾਜਨੀਤਿਕ ਕਾਰਜਪਾਲਿਕਾ ਕਿਹੜੀ ਹੈ? ਇਹਦੇ ਬਾਰੇ ਵਿੱਚ ਵੀ ਅਸੀਂ ਅੱਗੇ ਆਪਣੇ ਚੈਪਟਰ ਨੌਕਰਸ਼ਾਹੀ ਦੇ ਵਿੱਚ ਅਸੀਂ ਇਹਦੀ ਵਿਆਖਿਆ ਕਰਾਂਗੇ ਪੂਰਨ ਰੂਪ ਦੇ ਵਿੱਚ ਕਿ ਕਾਰਜਪਾਲਿਕਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਜਾਂ ਸਥਾਈ ਕਾਰਜਪਾਲਿਕਾ ਤੇ ਰਾਜਨੀਤਿਕ ਕਾਰਜਪਾਲਿਕਾ ਤੋਂ ਕੀ ਭਾਵ ਹੈ। ਸੋ ਰਾਜਨੀਤਿਕ ਕਾਰਜਪਾਲਿਕਾ 'ਚ ਕੌਣ ਸ਼ਾਮਲ ਆ? ਰਾਜਨੀਤਿਕ ਕਾਰਜਪਾਲਿਕਾ ਦੇ ਵਿੱਚ ਮੰਤਰੀ ਸ਼ਾਮਲ ਆ। ਸੋ ਪਿਆਰੇ ਵਿਦਿਆਰਥੀਓ, ਇਹ ਮੰਗਾਂ ਅਸੀਂ ਸਾਡੇ ਨੇੜੇ ਦੇ MLA MP ਨੂੰ ਦਿੰਦੇ ਆ। ਸੋ ਵਿਅਕਤੀਆਂ ਦਾ ਸਮੂਹ ਇਕੱਠਾ ਹੋ ਕੇ ਕਿਹਦੇ ਕੋਲ ਮੰਗਾਂ ਰੱਖਦਾ? ਰਾਜਨੀਤਿਕ ਕਾਰਜਪਾਲਿਕਾ ਕੋਲ। ਸਾਡੇ ਦੇਖਦੇ ਹਾਂ ਅਸੀਂ ਪਿੰਡਾਂ ਦੇ ਵਿੱਚ ਪੰਚਾਇਤਾਂ ਮੰਗਾਂ ਰੱਖਦੀਆਂ, ਕਿਹਦੇ ਕੋਲ ਰੱਖਦੀਆਂ? ਨੇੜੇ ਦੇ ਜਿਹੜੇ ਕੋਈ MLA, ਹਲਕਾ ਇੰਚਾਰਜ, MPs, ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ, ਉਹਨਾਂ ਕੋਲ ਅਸੀਂ ਆਪਣੀਆਂ ਮੰਗਾਂ ਰੱਖਦੇ ਹਾਂ। ਤੇ ਹਿੱਤ ਸਮੂਹ, ਵਪਾਰਕ ਸੰਗਠਨ, ਉਹ ਚਾਹੁੰਦੇ ਆ ਵੀ ਸਾਡੀ ਵਪਾਰ ਦੇ ਨਾਲ ਸੰਬੰਧ ਜਿਹੜੀ ਨੀਤੀਆਂ ਨਿਰਮਾਣ ਕੀਤਾ ਜਾਵੇ, ਉਹ ਵੀ ਆਪਣੀਆਂ ਮੰਗਾਂ ਰੱਖਦੇ ਆ। ਧਾਰਮਿਕ ਸਮੂਹ ਆਪਣੀਆਂ ਮੰਗਾਂ ਰੱਖਦੇ ਆ ਧਰਮ ਨਾਲ ਸੰਬੰਧਿਤ। ਇਹ ਜਿਹੜੀਆਂ ਸਾਰੀਆਂ ਮੰਗਾਂ ਚਾਹੇ ਇੱਕ ਵਿਅਕਤੀ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਤੇ ਚਾਹੇ ਇਹ ਵਿਅਕਤੀਆਂ ਦੇ ਸਮੂਹ ਦੁਆਰਾ ਪੇਸ਼ ਕੀਤੀਆਂ ਜਾਂਦੀਆਂ, ਤੇ ਜਿਹੜੀ ਇਹ ਪੇਸ਼ ਕਰਨ ਦੀ ਪ੍ਰਕਿਰਿਆ, ਕਿਹਦੇ ਕੋਲ ਪੇਸ਼ ਕਰਨ ਦੀ, ਕਿਹਦੇ ਕੋਲ ਮੰਗਾਂ ਰੱਖਣ ਦੀ ਪ੍ਰਕਿਰਿਆ? ਨੀਤੀ ਨਿਰਮਾਤਾਵਾਂ ਦੇ ਕੋਲ। ਨੀਤੀ ਨਿਰਮਾਤਾਵਾਂ ਦੇ ਕੋਲ ਮੰਗਾਂ ਰੱਖਣ ਦੀ ਜਿਹੜੀ ਪੇਸ਼ ਕਰਨ ਦੀ ਪ੍ਰਕਿਰਿਆ, ਉਹਨੂੰ ਕੀ ਕਿਹਾ ਜਾਂਦਾ ਹੈ? ਹਿੱਤ ਸਰੂਪੀਕਰਨ। ਸੋ ਮੈਨੂੰ ਆਸ ਹੈ ਕਿ ਤੁਸੀਂ ਭੁੱਲੋਗੇ ਨਹੀਂ ਇਸ ਚੀਜ਼ ਨੂੰ। ਪਿਆਰੇ ਵਿਦਿਆਰਥੀਓ, ਰਾਜਨੀਤਿਕ ਪ੍ਰਣਾਲੀ ਦਾ ਜਿਹੜਾ ਤੀਜਾ ਕਾਰਜ ਹੈ, ਨਿਵੇਸ਼ ਕਾਰਜ। ਨਿਵੇਸ਼ ਕਾਰਜ ਹੈ ਜਿਹੜਾ, ਉਹ ਹੈ ਹਿੱਤ ਸਮੂਹੀਕਰਨ। ਨੰਬਰ 3 ਤੇ ਹੈ ਹਿੱਤ ਸਮੂਹੀਕਰਨ। ਪਹਿਲਾਂ ਅਸੀਂ ਕੀਤਾ ਹਿੱਤ ਸਰੂਪੀਕਰਨ। ਹਿੱਤ ਸਮੂਹੀਕਰਨ ਕੀ ਹੈ? ਜਦੋਂ ਵਿਅਕਤੀਆਂ ਜਾਂ ਵਿਅਕਤੀ ਦੇ ਦੁਆਰਾ ਫਿਰ ਜਦੋਂ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੁਆਰਾ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਰੱਖੀਆਂ ਮੰਗਾਂ ਵਿੱਚ ਕੁਝ ਮਤਭੇਦ ਆ ਜਾਂਦੇ ਆ, ਤਾਂ ਰਾਜਨੀਤਿਕ ਦਲ ਇਹਨਾਂ ਨੂੰ ਹੱਲ ਕਰਕੇ ਸਧਾਰਨ ਨੀਤੀ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਆ। ਤਾਂ ਇਸ ਕੰਮ ਨੂੰ ਕੀ ਕਿਹਾ ਜਾਂਦਾ? ਹਿੱਤ ਸਮੂਹੀਕਰਨ। ਹੁਣ ਹੋ ਸਕਦਾ ਹੈ ਕਿ ਇੱਕ ਵਪਾਰਕ ਸੰਗਠਨ ਨੇ ਮੰਗ ਰੱਖੀ ਹੋਰ ਆ, ਦੂਜੇ ਵਪਾਰਕ ਸੰਗਠਨ ਨੇ ਕੋਈ ਹੋਰ ਮੰਗ ਰੱਖਤੀ, ਕਿਸੇ ਇੱਕ ਧਾਰਮਿਕ ਸਮੂਹ ਨੇ ਕੋਈ ਹੋਰ ਮੰਗ ਰੱਖਤੀ, ਦੂਜੇ ਧਾਰਮਿਕ ਸਮੂਹ ਨੇ ਹੋਰ ਮੰਗ ਰੱਖਤੀ, ਇੱਕ ਵਿਅਕਤੀਆਂ ਦੇ ਸਮੂਹ ਨੇ ਕੋਈ ਹੋਰ ਮੰਗ ਰੱਖਤੀ, ਦੂਜੇ ਨੇ ਰੱਖੀ ਉਸੇ ਤਰ੍ਹਾਂ ਨਹੀਂ, ਪਰ ਥੋੜਾ ਜਿਹਾ ਡਿਫਰੈਂਸ ਆ, ਅੰਤਰ ਉਹਦੇ ਵਿੱਚ। ਸੋ ਜੇਕਰ ਉਹਨਾਂ ਮੰਗਾਂ ਦੇ ਵਿੱਚ ਮਤਭੇਦ ਪੈਦਾ ਹੋ ਜਾਂਦਾ ਤਾਂ ਮਤਭੇਦ ਦੂਰ ਕੀਤਾ ਜਾਂਦਾ ਤਾਂ ਕਿ ਸਪਸ਼ਟ ਨੀਤੀਆਂ ਦਾ ਨਿਰਮਾਣ ਹੋ ਸਕੇ। ਅਸੀਂ ਰਾਜਨੀਤਿਕ ਪ੍ਰਣਾਲੀ ਸਾਹਮਣੇ ਅਜਿਹੀਆਂ ਮੰਗਾਂ ਰੱਖੀਏ ਜਿਹੜੀਆਂ ਸਪਸ਼ਟ ਹੋਣ, ਸਹੀ ਹੋਣ, ਤੇ ਉਹਨਾਂ 'ਚ ਕੋਈ ਮਤਭੇਦ ਨਾ ਹੋਵੇ। ਸੋ ਇਸ ਕੰਮ ਨੂੰ, ਮਤਭੇਦ ਖਤਮ ਕਰਨ ਨੂੰ ਕੌਣ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ? ਰਾਜਨੀਤਿਕ ਦਲ। ਤੇ ਇਸ ਕੰਮ ਨੂੰ ਕੀ ਕਿਹਾ ਜਾਂਦਾ ਹੈ? ਮਤਭੇਦ ਖਤਮ ਨੂੰ, ਮੰਗਾਂ ਦੇ ਵਿੱਚ ਮਤਭੇਦ ਖਤਮ ਕਰਨ ਨੂੰ ਕੀ ਕਿਹਾ ਜਾਂਦਾ ਹੈ? ਹਿੱਤ ਸਮੂਹੀਕਰਨ। ਹਿੱਤ ਸਮੂਹੀਕਰਨ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਨਿਵੇਸ਼ ਕਾਰਜ 3 ਨੰਬਰ। ਚੌਥੇ ਨੰਬਰ ਤੇ ਹੈ ਰਾਜਨੀਤਿਕ ਸੰਚਾਰ।
ਇਹ ਰਾਜਨੀਤਿਕ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਨਿਵੇਸ਼ ਕਾਰਜ ਹੈ ਮੇਰੇ ਅਨੁਸਾਰ। ਬੜੀ ਵੈਲਿਊ ਹੈ ਜੀ ਰਾਜਨੀਤਿਕ ਪ੍ਰਣਾਲੀ ਦੇ ਇਸ ਕਾਰਜ ਦੀ। ਰਾਜਨੀਤਿਕ ਸੰਚਾਰ ਕੀ ਹੈ? ਕੱਲਾ ਸੰਚਾਰ ਜੇ ਆਪਾਂ ਕਰੀਏ, ਰਾਜਨੀਤਿਕ ਸ਼ਬਦ ਹਲੇ ਹਟਾ ਦਿਓ ਪਹਿਲਾਂ ਨਾਲੋਂ। ਸੰਚਾਰ ਕੀ ਹੈ? ਉਹ ਸਾਧਨ ਜਿਨ੍ਹਾਂ ਦੇ ਰਾਹੀਂ ਕੋਈ ਖਬਰ ਜਾਂ ਕੋਈ ਐਲਾਨ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਇਆ ਜਾਂਦਾ ਹੈ। ਜੇ ਰਾਜਨੀਤਿਕ ਸੰਚਾਰ ਦੀ ਗੱਲ ਕਰੀਏ ਤੇ ਰਾਜਨੀਤਿਕ ਸੰਚਾਰ ਤੋਂ ਭਾਵ ਕੀ ਹੈ? ਰਾਜਨੀਤਿਕ ਪ੍ਰਣਾਲੀ ਦੇ ਜਿਹੜੇ ਵੱਖ-ਵੱਖ ਅੰਗ ਆ ਉਹ ਆਪਣੇ ਕੰਮ ਕਰਦੇ ਆ, ਉਹਨਾਂ ਦੇ ਵਿੱਚ ਤਾਲਮੇਲ ਜ਼ਰੂਰੀ ਹੈ। ਸੋ ਤਾਲਮੇਲ ਰੱਖਣ ਦੇ ਲਈ ਕੀ ਕਰਦੇ ਆ? ਰਾਜਨੀਤਿਕ ਸੰਚਾਰ ਕਰਦੇ ਆ। ਸੰਚਾਰ ਦੇ ਸਾਧਨਾਂ ਰਾਹੀਂ ਇੱਕ ਦੂਜੇ ਨਾਲ ਸੰਪਰਕ ਬਣਾਉਂਦੇ ਆ। ਵਿਧਾਨ ਪਾਲਿਕਾ ਦਾ ਕਾਰਜਪਾਲਿਕਾ ਨਾਲ ਸੰਬੰਧ ਆ, ਨੇੜੇ ਦਾ ਸੰਸਦੀ ਸ਼ਾਸਨ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ। ਸੋ ਇਹ ਸੰਪਰਕ ਬਣਾਇਆ ਜਾਂਦਾ ਕਿਸ ਚੀਜ਼ ਦੇ ਨਾਲ? ਨੇੜੇ ਦਾ ਸੰਬੰਧ ਬਣਾਇਆ ਸੰਚਾਰ ਸਾਧਨਾਂ ਨਾਲ। ਸੋ ਸੰਚਾਰ ਸਾਧਨ ਇੱਕ ਤਾਂ ਇਹ ਹੋ ਗਿਆ ਕਿ ਜਿਹੜੀ ਰਾਜਨੀਤਿਕ ਪ੍ਰਣਾਲੀ ਉਹਦੇ ਵਿੱਚ ਹੀ ਅੰਗ ਆ, ਉਹਨਾਂ ਨੂੰ ਸੰਚਾਰ ਸਾਧਨਾਂ ਦੀ ਬਹੁਤ ਜ਼ਰੂਰਤ ਆ, ਕਿਉਂਕਿ ਉਹਨਾਂ ਨੇ ਆਪਣੇ ਨਾਲ ਇੱਕ ਦੂਜੇ ਨਾਲ ਤਾਲਮੇਲ ਬਣਾਉਣਾ ਹੁੰਦਾ ਹੈ। ਜਿਵੇਂ ਅਸੀਂ ਰਾਜਨੀਤਿਕ ਪ੍ਰਣਾਲੀ ਦੇ ਅਰਥ 'ਚ ਕੀਤਾ ਸੀ ਕਿ ਰਾਜਨੀਤਿਕ ਪ੍ਰਣਾਲੀ ਦੇ ਅੰਗ ਇੱਕ ਦੂਜੇ 'ਤੇ ਨਿਰਭਰ ਕਰਦੇ ਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ ਤੇ ਤਾਲਮੇਲ ਰੱਖਦੇ ਆ ਸੰਚਾਰ ਸਾਧਨ ਦੇ ਰਾਹੀਂ। ਇਹਨੂੰ ਕੀ ਕਹਿੰਦੇ? ਰਾਜਨੀਤਿਕ ਸੰਚਾਰ। ਸੋ ਰਾਜਨੀਤਿਕ ਪ੍ਰਣਾਲੀ ਤੱਕ ਲੋਕਾਂ ਦੀਆਂ ਮੰਗਾਂ ਪਹੁੰਚਣੀਆਂ ਜ਼ਰੂਰੀ ਹੈ, ਕਿਉਂਕਿ ਨਿਵੇਸ਼ ਕਾਰਜ ਆ, ਫਿਰ ਹੀ ਨਿਰਣੇ ਲਏ ਜਾਣਗੇ। ਸੋ ਜਿਹੜੀ ਮੰਗਾਂ ਉਹ ਵੀ ਸੰਚਾਰ ਦੇ ਸਾਧਨਾਂ ਰਾਹੀਂ ਰੱਖੀਆਂ ਜਾਂਦੀਆਂ। ਕਿਤੇ ਧਰਨਾ ਲੱਗਿਆ, ਪ੍ਰਦਰਸ਼ਨ ਕੀਤਾ ਗਿਆ, ਕੋਈ ਨੀਤੀ ਨਿਰਮਾਣ ਦੇ ਲਈ, ਨਿਰਣੇ ਦੇ ਲਈ ਕੋਈ ਮੰਗ ਰੱਖੀ ਗਈ ਹੈ ਤਾਂ ਉਹਦੀ ਵੀਡੀਓ ਕਵਰੇਜ ਹੁੰਦੀ, ਮੀਡੀਆ ਵੱਲੋਂ ਉਹਦੀ ਕਵਰੇਜ ਕੀਤੀ ਜਾਂਦੀ ਹੈ ਤੇ ਉਹਨੂੰ ਟੈਲੀਕਾਸਟ ਕੀਤਾ ਜਾਂਦਾ ਹੈ। ਉਹਦੇ ਨਾਲ ਦੋ ਕੰਮ ਹੁੰਦੇ ਆ, ਲੋਕ ਉਸ ਮੰਗ ਨਾਲ ਸੰਬੰਧਿਤ ਆਪਣੇ ਵਿਚਾਰ ਪੇਸ਼ ਕਰਦੇ ਆ, ਜੁੜਦੇ ਆ ਉਸ ਮੰਗ ਦੇ ਨਾਲ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਸ ਦੀ, ਤੇ ਸਰਕਾਰ ਤੱਕ ਉਹ ਮੰਗ ਪਹੁੰਚਦੀ ਹੈ ਜਦੋਂ ਉਹ ਟੈਲੀਕਾਸਟ ਹੁੰਦੀ, ਉਹ ਚਾਹੇ ਟੈਲੀਵਿਜ਼ਨ ਰਾਹੀਂ ਹੋਵੇ, ਚਾਹੇ ਅਖਬਾਰ ਦੇ ਰਾਹੀਂ ਹੋਵੇ ਤੇ ਚਾਹੇ ਰੇਡੀਓ ਦੇ ਰਾਹੀਂ ਹੋਵੇ। ਇੱਕ ਇਹ ਹੋ ਗਿਆ। ਇੱਕ ਸਰਕਾਰ ਜਦੋਂ ਕੋਈ ਨੀਤੀਆਂ ਬਣਾਉਂਦੀ ਹੈ, ਨਿਰਣੇ ਲੈਂਦੀ ਹੈ, ਫੈਸਲੇ ਬਣਾਉਂਦੀ ਹੈ, ਕਾਨੂੰਨ ਨਿਰਮਾਣ ਕਰਦੀ ਹੈ ਤਾਂ ਉਹਦਾ ਪ੍ਰਚਾਰ ਕਰਦੀ ਹੈ। ਕਾਹਦੇ ਵਾਸਤੇ? ਤਾਂ ਕਿ ਲੋਕਾਂ ਤੱਕ ਪਹੁੰਚ ਸਕੇ, ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਕਾਨੂੰਨ ਨਿਰਮਾਣ ਹੋ ਚੁੱਕਾ ਹੈ। ਯਾਦ ਰੱਖਣਾ, ਤਾਂ ਕਿ ਕੋਈ ਉਸ ਦਾ ਉਲੰਘਣ ਨਾ ਕਰੇ ਤੇ ਉਸ ਦਾ ਲੋਕ ਵੱਧ ਤੋਂ ਵੱਧ ਲਾਭ ਉਠਾ ਸਕਣ। ਕਿਸ ਚੀਜ਼ ਰਾਹੀਂ ਸਾਡੇ ਤੱਕ ਪਹੁੰਚਣਾ? ਕੋਈ ਸੁਵਿਧਾ ਸਹੂਲਤ ਦਿੱਤੀ ਹੈ ਸਰਕਾਰ ਵੱਲੋਂ, ਮੀਡੀਆ ਰਾਹੀਂ, ਸੰਚਾਰ ਸਾਧਨਾਂ ਰਾਹੀਂ। ਇਹ ਕੀ ਹੈ ਪਿਆਰੇ ਵਿਦਿਆਰਥੀਓ? ਸਾਰੇ ਰਾਜਨੀਤਿਕ ਸੰਚਾਰ ਦੇ ਅੰਡਰ ਹੀ ਹੁੰਦਾ। ਇਹ ਵੀ ਰਾਜਨੀਤਿਕ ਪ੍ਰਣਾਲੀ ਦਾ ਨਿਵੇਸ਼ ਕਾਰਜ ਹੈ, ਕਿਉਂਕਿ ਜੇ ਆਪਾਂ ਗੱਲ ਕਰੀਏ ਕਿ ਮੰਗਾਂ ਅਸੀਂ ਘਰੇ ਬੈਠੇ ਹੀ ਮੰਗੀ ਚੱਲੀ ਤੇ ਰਾਜਨੀਤਿਕ ਪ੍ਰਣਾਲੀ ਤੱਕ ਪਹੁੰਚਣਗੀਆਂ ਕਿਵੇਂ? ਨਹੀਂ, ਉਹਦੇ ਲਈ ਸਾਨੂੰ ਰਾਜਨੀਤਿਕ ਸੰਚਾਰ ਦੇ ਸਾਧਨਾਂ ਦੀ ਜ਼ਰੂਰਤ ਪੈਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ ਅਸੀਂ ਕੀਤੇ ਆ। ਪਹਿਲਾ ਕਿਹੜਾ ਕੀਤਾ? ਦੁਬਾਰਾ ਆਪਾਂ ਦੁਹਰਾਈ ਕਰੀ ਥੋੜੀ ਜੀ। ਪਹਿਲਾ ਕਾਰਜ ਕੀਤਾ ਰਾਜਨੀਤਿਕ ਸਮਾਜੀਕਰਨ ਤੇ ਭਰਤੀ, ਦੂਜਾ ਹਿੱਤ ਸਰੂਪੀਕਰਨ, ਤੀਜਾ ਹਿੱਤ ਸਮੂਹੀਕਰਨ ਤੇ ਚੌਥਾ ਰਾਜਨੀਤਿਕ ਸੰਚਾਰ। ਇਹ ਸੀ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ। ਸੋ ਹੁਣ ਅਸੀਂ ਫਿਰ ਉਹੀ ਰਾਜਨੀਤਿਕ ਪ੍ਰਣਾਲੀ ਦਾ ਸ਼ਬਦੀ ਅਰਥ ਦੁਹਰਾਵਾਂਗੇ ਕਿ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਕੀ ਹੈ? ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ। ਹੁਣ ਨਿਵੇਸ਼ ਕਾਰਜ ਅਸੀਂ ਕਰ ਲਏ ਆ, ਹੁਣ ਅਸੀਂ ਕਰਾਂਗੇ ਨਿਕਾਸ ਕਾਰਜ। ਸੋ ਨਿਕਾਸ ਕਾਰਜਾਂ ਦੇ ਵਿੱਚ ਪਹਿਲਾ ਹੈ ਨਿਯਮ ਨਿਰਮਾਣ ਕਾਰਜ। ਹੁਣ ਜਦੋਂ ਰਾਜਨੀਤਿਕ ਪ੍ਰਣਾਲੀ ਦੇ ਕੋਲ ਮੰਗਾਂ ਪਹੁੰਚ ਗਈਆਂ, ਨਿਵੇਸ਼ ਪਹੁੰਚ ਗਿਆ, ਕੱਚਾ ਮਾਲ ਪਹੁੰਚ ਚੁੱਕਿਆ, ਤਾਂ ਉਹਦੇ 'ਤੇ ਪ੍ਰੋਸੈਸਿੰਗ ਹੁੰਦੀ ਹੈ। ਮੰਗਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ, ਮੰਗਾਂ ਨੂੰ ਕਾਰਵਾਈ ਦੇ ਵਿੱਚ ਲਿਆਂਦਾ ਜਾਂਦਾ ਹੈ ਤੇ ਜਿਹੜੀਆਂ ਉਚਿਤ ਮੰਗਾਂ ਹੁੰਦੀਆਂ ਉਹਨਾਂ 'ਤੇ ਫਿਰ ਨੀਤੀ ਨਿਰਮਾਣ ਨਿਰਣੇ ਫੈਸਲੇ ਲਏ ਜਾਂਦੇ ਹੈ। ਸੋ ਪਹਿਲਾ ਕਾਰਜ ਹੈ ਨਿਯਮ ਨਿਰਮਾਣ ਕਾਰਜ। ਇਹ ਕਾਰਜ ਫਿਰ ਕੌਣ ਕਰਦਾ? ਕੌਣ ਕਰਦਾ? ਸਰਕਾਰ ਦੇ ਤਿੰਨ ਅੰਗ ਆ। ਉਹੀ ਚੀਜ਼ ਨੂੰ ਰਿਪੀਟ ਕਰੋ। ਤੇ ਕਿਹੜੇ ਕਿਹੜੇ ਤਿੰਨ ਅੰਗ ਆ? ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ। ਤੇ ਫਿਰ ਕਾਨੂੰਨ ਬਣਾਉਣ ਦੀ ਕੰਮ ਕਿਹਦੇ ਕੋਲ ਆ? ਵਿਧਾਨ ਪਾਲਿਕਾ ਕੋਲ। ਸੋ ਨਿਯਮ ਨਿਰਮਾਣ ਕਾਰਜ ਕੌਣ ਕਰਦਾ? ਵਿਧਾਨ ਪਾਲਿਕਾ। ਸੋ ਪਿਆਰੇ ਵਿਦਿਆਰਥੀਓ, ਦੂਸਰਾ ਹੈ
ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ। ਜੇਕਰ ਕਾਨੂੰਨ ਨਿਯਮ ਨਿਰਣੇ ਫੈਸਲੇ ਬਣਾ ਲਏ ਗਏ ਪਰ ਉਹਨਾਂ ਨੂੰ ਉਚਿਤ ਪ੍ਰਭਾਵ ਦੇ ਨਾਲ ਲਾਗੂ ਹੀ ਨਾ ਕੀਤਾ, ਲੋਕਾਂ ਤੱਕ ਉਹਨੂੰ ਪਹੁੰਚਾਇਆ ਹੀ ਨਾ ਗਿਆ, ਉਹਦੇ ਫਾਇਦੇ ਹੀ ਨਾ ਦੱਸੇ ਗਏ, ਤਾਂ ਉਸ ਦਾ ਕੋਈ ਫਾਇਦਾ ਨਹੀਂ ਹੈ। ਸੋ ਇਹ ਨਿਯਮ ਲਾਗੂ ਕਰਨ ਦਾ ਕਾਰਜ ਸਰਕਾਰ ਦਾ ਕਿਹੜਾ ਕਰਦਾ? ਕਾਰਜਪਾਲਿਕਾ। ਨਿਯਮ ਲਾਗੂ ਕਰਨ ਦਾ ਕਾਰਜ ਭਾਵ ਕਾਨੂੰਨ ਨੂੰ ਲਾਗੂ ਕਰਨ ਦਾ ਕੰਮ, ਜੋ ਕਾਨੂੰਨ ਵਿਧਾਨ ਪਾਲਿਕਾ ਦੁਆਰਾ ਬਣਾਇਆ ਗਿਆ ਹੈ। ਇਹ ਵੀ ਨਿਕਾਸ ਕਾਰਜ ਹੈ, ਬੜਾ ਮਹੱਤਵਪੂਰਨ ਹੈ। ਲਾਗੂ ਕਰਨਾ ਕਿਸੇ ਚੀਜ਼ ਨੂੰ ਬਣਾਉਣ ਤੋਂ ਵੀ ਵੱਧ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ, ਫਿਰ ਹੀ ਉਸ ਦਾ ਫਾਇਦਾ ਹੈ। ਇਸ ਤੋਂ ਅੱਗੇ ਹੈ ਨਿਕਾਸ ਕਾਰਜਾਂ ਦੇ ਵਿੱਚ ਨਿਯਮ ਨਿਰਣਾ ਕਾਰਜ। ਸੋ ਪਿਆਰੇ ਵਿਦਿਆਰਥੀਓ, ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜਾਂ ਦੇ ਵਿੱਚ ਜਿਹੜਾ ਤੀਜਾ ਕਾਰਜ ਹੈ ਕਿ ਕਾਨੂੰਨ ਅਨੁਸਾਰ ਨਿਆਂ ਕਰਨਾ। ਕਾਨੂੰਨ ਬਣਾ ਲਿਆ ਗਿਆ ਵਿਧਾਨ ਪਾਲਿਕਾ ਦੁਆਰਾ, ਕਾਰਜਪਾਲਿਕਾ ਦੁਆਰਾ ਲਾਗੂ ਕਰ ਦਿੱਤਾ ਗਿਆ, ਤੇ ਜੇਕਰ ਉਹਦੀ ਕੋਈ ਉਲੰਘਣਾ ਕਰਦਾ ਜਾਂ ਕਿਸੇ ਨੂੰ ਉਹ ਅਧਿਕਾਰ ਜੋ ਕਾਨੂੰਨ ਦੇ ਅਧੀਨ ਦਿੱਤਾ ਗਿਆ ਉਹ ਨਹੀਂ ਮਿਲਦਾ, ਤਾਂ ਉਹਦੀ ਰਾਖੀ ਕੌਣ ਕਰਦਾ? ਕਿਹੜਾ ਅੰਗ ਕਰਦਾ? ਨਿਆਂਪਾਲਿਕਾ। ਸਰਕਾਰ ਦਾ ਕਿਹੜਾ ਅੰਗ ਕਰਦਾ? ਨਿਆਂਪਾਲਿਕਾ। ਸੋ ਪਿਆਰੇ ਵਿਦਿਆਰਥੀਓ, ਤੀਸਰਾ ਕਾਰਜ ਹੈ ਜੋ ਨਿਕਾਸ ਕਾਰਜ ਉਹ ਕੌਣ ਕਰਦਾ? ਨਿਆਂਪਾਲਿਕਾ। ਕਿਹੜਾ ਕਾਰਜ ਹੈ ਤੀਸਰਾ? ਨਿਯਮ ਨਿਰਣਾ ਕਾਰਜ। ਸੋ ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਹੀ ਅਸੀਂ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਅਤੇ ਨਿਕਾਸ ਕਾਰਜ ਜਿਹੜੇ ਉਹ ਕੀਤੇ ਆ ਕਿ ਨਿਵੇਸ਼ ਕਾਰਜ ਕਿਹੜੇ ਆ ਤੇ ਰਾਜਨੀਤਿਕ ਪ੍ਰਣਾਲੀ ਦੇ ਨਿਕਾਸ ਕਾਰਜ ਕਿਹੜੇ-ਕਿਹੜੇ ਹਨ। ਸੋ ਇਸ ਤੋਂ ਅੱਗੇ ਹੁਣ ਅਸੀਂ ਬਹੁਤ ਹੀ ਮਹੱਤਵਪੂਰਨ ਸਵਾਲ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰ, ਕਿ ਕਿਹੜੇ-ਕਿਹੜੇ ਅੰਤਰ ਆ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ, ਉਹਨਾਂ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕਰਾਂਗੇ। ਸੋ ਪਹਿਲਾ ਕਿ ਰਾਜ ਹੈ ਜਿਹੜਾ ਇਹ ਪੁਰਾਤਨ ਧਾਰਨਾ, ਯਾਦ ਰੱਖਣਾ, ਰਾਜ ਪੁਰਾਤਨ ਧਾਰਨਾ ਤੇ ਰਾਜਨੀਤਿਕ ਪ੍ਰਣਾਲੀ ਆਧੁਨਿਕ ਧਾਰਨਾ ਹੈ, 20ਵੀਂ ਸਦੀ ਦੀ ਦੇਣ ਆ। ਇਹ ਅੰਤਰ ਇੱਕ ਤਾਂ। ਦੂਸਰਾ, ਰਾਜ ਦੇ 4 ਜ਼ਰੂਰੀ ਤੱਤ ਹੁੰਦੇ ਆ। ਕਿਹੜੇ-ਕਿਹੜੇ ਆ? 11ਵੀਂ ਜਮਾਤ 'ਚ ਅਸੀਂ ਕੀਤਾ, ਦੁਹਰਾਈ ਕਰੋ ਜੀ। ਰਾਜ ਦੇ 4 ਜ਼ਰੂਰੀ ਤੱਤਾਂ: ਬਸੋਂ, ਭੂਮੀ, ਸਰਕਾਰ ਤੇ ਪ੍ਰਭੂ ਸੱਤਾ। ਬਸੋਂ, ਭੂਮੀ, ਸਰਕਾਰ ਅਤੇ ਪ੍ਰਭੂ ਸੱਤਾ ਨਿਸ਼ਚਿਤ 4 ਤੱਤ ਆ ਜਿਨ੍ਹਾਂ ਨੂੰ ਮਿਲ ਕੇ ਰਾਜ ਬਣਦਾ ਹੈ। ਸੋ ਰਾਜਨੀਤਿਕ ਪ੍ਰਣਾਲੀ ਤੇ ਇਹ 4 ਤੱਤਾਂ ਤੱਕ ਹੀ ਸੀਮਿਤ ਨਹੀਂ ਹੈ। ਰਾਜਨੀਤਿਕ ਪ੍ਰਣਾਲੀ ਦੇ ਤਾਂ ਅਨੇਕਾਂ ਤੱਤ ਆ ਪਿਆਰੇ ਵਿਦਿਆਰਥੀਓ, ਬਹੁਤ ਜ਼ਿਆਦਾ ਤੱਤ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਸ਼ਾਮਿਲ ਆ। ਇਸੇ ਤਰ੍ਹਾਂ ਹੀ ਰਾਜ ਦਾ ਘੇਰਾ ਜਿਹੜਾ ਉਹ ਨਿਸ਼ਚਿਤ ਆ, ਪਰ ਰਾਜਨੀਤਿਕ ਪ੍ਰਣਾਲੀ ਦਾ ਘੇਰਾ ਵਿਸ਼ਾਲ ਆ, ਵੱਡਾ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਅੱਗੇ ਹੈ ਕਿ ਜਿਹੜਾ ਰਾਜ ਆ ਉਹਦੀਆਂ ਸੀਮਾਵਾਂ ਜਿਹੜੀਆਂ ਉਹ ਖੇਤਰੀ ਹੁੰਦੀਆਂ। ਰਾਜ ਦੀਆਂ ਸੀਮਾਵਾਂ ਖੇਤਰੀ ਹੁੰਦੀਆਂ ਹਨ। ਪਤਾ ਸਾਨੂੰ ਬਾਉਂਡਰੀ ਹੈ, ਸਾਡੀ ਬਾਉਂਡਰੀ ਕਿੱਥੋਂ ਕਿੱਥੋਂ ਤੱਕ ਆ, ਸਾਨੂੰ ਪਤਾ ਹੈ ਕਿ ਕਿਹੜੇ ਦੇਸ਼ ਦੇ ਨਾਲ ਸਾਡੀ ਹੱਦ ਲੱਗਦੀ ਹੈ, ਉਦੋਂ ਅੱਗੇ ਸਾਡੀ ਜਿਹੜੀ ਹੈ ਬਾਉਂਡਰੀ ਉਹ ਖਤਮ ਹੋ ਜਾਂਦੀ ਹੈ ਤੇ ਦੂਸਰਾ ਦੇਸ਼ ਸ਼ੁਰੂ ਹੋ ਜਾਂਦਾ ਹੈ। ਪਰ ਰਾਜਨੀਤਿਕ ਪ੍ਰਣਾਲੀ ਦੇ ਸਰੂਪ ਆ ਜਿਹੜਾ, ਇਹਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ। ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ, ਕਿਉਂਕਿ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਤਾਂ ਵਿਅਕਤੀ ਦੀ ਭੂਮਿਕਾ ਦੇ ਅਨੁਸਾਰ ਹੀ ਚੱਲਣੀਆਂ। ਵਿਅਕਤੀ ਦੀ ਭੂਮਿਕਾ ਦੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ ਇਸ ਦੀਆਂ ਸੀਮਾਵਾਂ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਇਲਾਵਾ ਕਿ ਰਾਜਨੀਤਿਕ ਪ੍ਰਣਾਲੀ ਦਾ ਜਿਹੜਾ ਰੂਪ ਆ ਉਹ ਅਲੱਗ-ਅਲੱਗ ਹੈ, ਪਰ ਰਾਜ ਆ, ਰਾਜ ਦਾ ਇੱਕੋ ਹੀ ਰੂਪ ਆ। ਪਤਾ ਸਾਨੂੰ ਕਿ ਰਾਜ ਦੇ ਲਈ ਕਿਹੜੇ-ਕਿਹੜੇ 4 ਜ਼ਰੂਰੀ ਤੱਤ ਆ, ਪਰ ਰਾਜਨੀਤਿਕ ਪ੍ਰਣਾਲੀ ਦਾ ਰੂਪ ਹਰੇਕ ਦੇਸ਼ ਦੇ ਵਿੱਚ ਵੱਖਰਾ-ਵੱਖਰਾ ਹੈ। ਸੋ ਪਿਆਰੇ ਵਿਦਿਆਰਥੀਓ, ਅੱਜ ਅਸੀਂ ਚੈਪਟਰ ਦੇ ਵਿੱਚ ਕੀਤਾ ਉਸ ਬਾਰੇ ਵਿੱਚ ਅਸੀਂ ਥੋੜੀ ਜਿਹੀ ਦੁਹਰਾਈ ਕਰੀਏ ਕਿ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ-ਕਿਹੜੇ ਕਾਰਜ ਆ
दो तरह के कारज आ, निवेश कारज ਅਤੇ निकास कारज। ਜਿਹਦੇ ਵਿੱਚ ਅਸੀਂ ਨਿਵੇਸ਼ ਕਾਰਜਾਂ 'ਚ ਪਹਿਲਾ ਕੀਤਾ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ। ਸੋ ਰਾਜਨੀਤਿਕ ਸਮਾਜੀਕਰਨ ਤੋਂ ਸਮਝਣ ਤੋਂ ਪਹਿਲਾਂ ਅਸੀਂ ਕੀ ਕੀਤਾ, ਰਾਜਨੀਤਿਕ ਸੱਭਿਆਚਾਰ ਦਾ ਅਰਥ ਜਾਣਿਆ ਕਿ ਰਾਜਨੀਤਿਕ ਸੱਭਿਆਚਾਰ ਕੀ ਹੁੰਦਾ ਹੈ। ਰਾਜਨੀਤਿਕ ਸੱਭਿਆਚਾਰ ਤੋਂ ਭਾਵ ਲੋਕਾਂ ਦੇ ਰਾਜਨੀਤੀ ਪ੍ਰਤੀ ਕਦਰਾਂ ਕੀਮਤਾਂ, ਦ੍ਰਿਸ਼ਟੀਕੋਣ, ਭਾਵਨਾਵਾਂ ਆਦਿ ਨੂੰ ਸਮੂਹਿਕ ਰੂਪ ਦੇ ਵਿੱਚ ਇਕੱਠੇ ਦੇ ਵਿੱਚ ਕੀ ਕਿਹਾ ਜਾਂਦਾ ਹੈ, ਰਾਜਨੀਤਿਕ ਸੱਭਿਆਚਾਰ। ਸੋ ਇਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣਾ ਜ਼ਰੂਰੀ ਹੁੰਦਾ ਕਿਉਂਕਿ ਇਸ ਨੂੰ ਕਾਇਮ ਰੱਖਣਾ ਜ਼ਰੂਰੀ ਹੈ। ਸੋ ਇਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ, ਰਾਜਨੀਤਿਕ ਸਮਾਜੀਕਰਨ। ਅਤੇ ਇਸ ਰਾਜਨੀਤਿਕ ਸਮਾਜੀਕਰਨ ਦੇ ਵਾਸਤੇ ਕਿਸ ਚੀਜ਼ ਦੀ ਲੋੜ ਪੈਂਦੀ ਹੈ, ਅਧਿਕਾਰੀ ਵਰਗ ਕਰਮਚਾਰੀਆਂ ਦੀ ਲੋੜ ਪੈਂਦੀ ਹੈ। ਤਾਂ ਕੀ ਹੁੰਦਾ ਹੈ, ਭਰਤੀ, ਰਿਕਰੂਟਮੈਂਟ। ਸੋ ਇਸ ਤੋਂ ਅੱਗੇ ਅਸੀਂ ਕੀਤਾ ਕਿ ਰਾਜਨੀਤਿਕ ਸਮਾਜੀਕਰਨ ਤੇ ਭਰਤੀ ਤੋਂ ਬਾਅਦ ਹਿੱਤ ਸਰੂਪੀਕਰਨ। ਕੀ ਹੈ ਹਿੱਤ ਸਰੂਪੀਕਰਨ? ਇਹ ਕੀ ਹੁੰਦਾ, ਜਦੋਂ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਕੁਝ ਮੰਗਾਂ ਰੱਖਦੇ ਹਨ ਤਾਂ ਇਹਨਾਂ ਮੰਗਾਂ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ, ਹਿੱਤ ਸਰੂਪੀਕਰਨ ਕਿਹਾ ਜਾਂਦਾ ਹੈ। ਤੇ ਤੀਸਰਾ ਨਿਵੇਸ਼ ਕਾਰਜ ਹੈ ਹਿੱਤ ਸਮੂਹੀਕਰਨ। ਜਦੋਂ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਦੁਆਰਾ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਰੱਖੀਆਂ ਗਈਆਂ ਮੰਗਾਂ ਦੇ ਵਿੱਚ ਕੁਝ ਮਤਭੇਦ ਆ ਜਾਂਦੇ ਆ, ਭਾਵੇਂ ਮੰਗ ਇੱਕ ਤਰ੍ਹਾਂ ਦੀ ਹੈ ਪਰ ਉਹ 'ਚ ਕੁਝ ਮਤਭੇਦ ਆ, ਡਿਫਰੈਂਸਸ ਆ ਜਾਂਦੇ ਆ। ਕੋਈ ਹੋਰ ਗੱਲ ਕਹਿ ਰਿਹਾ, ਕੋਈ ਹੋਰ ਮੰਗ ਕਹਿ ਰਿਹਾ, ਤਾਂ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਂਦਾ। ਕਿਸ ਦੇ ਦੁਆਰਾ? ਵਿਚੋਲੇ ਦੀ ਭੂਮਿਕਾ ਨਿਭਾਈ ਜਾਂਦੀ ਹੈ ਰਾਜਨੀਤਿਕ ਦਲ ਦੁਆਰਾ। ਤਾਂ ਇਸ ਕਾਰਜ ਨੂੰ, ਇਸ ਕੰਮ ਨੂੰ ਕੀ ਕਿਹਾ ਜਾਂਦਾ ਹੈ, ਹਿੱਤ ਸਮੂਹੀਕਰਨ। ਇਸ ਨੂੰ ਕੀ ਕਿਹਾ ਜਾਂਦਾ ਹੈ, ਹਿੱਤ ਸਮੂਹੀਕਰਨ। ਸੋ ਇਹ ਹੈ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ। ਤੇ ਚੌਥਾ ਨਿਵੇਸ਼ ਕਾਰਜ ਹੈ ਰਾਜਨੀਤਿਕ ਸੰਚਾਰ। ਸੋ ਪਿਆਰੇ ਵਿਦਿਆਰਥੀਓ, ਰਾਜਨੀਤਿਕ ਸੰਚਾਰ ਦੇ ਸਾਧਨਾਂ ਨੂੰ ਪਹਿਲਾਂ ਸਮਝ ਲਓ ਕਿ ਸੰਚਾਰ ਦੇ ਸਾਧਨ ਜਿਨ੍ਹਾਂ ਰਾਹੀਂ ਕੋਈ ਖਬਰ, ਕੋਈ ਨਿਊਜ਼, ਕੋਈ ਗੱਲਬਾਤ ਪੂਰੇ ਲੋਕਾਈ ਤੱਕ ਪਹੁੰਚਾਈ ਜਾਂਦੀ ਹੈ, ਜਿਨ੍ਹਾਂ ਨਾਲ ਉਹ ਸੰਬੰਧਿਤ ਹੁੰਦੀ ਹੈ। ਇਹਦੇ ਵਿੱਚ ਕਿਹੜੇ ਕਿਹੜੇ ਸਾਧਨ ਆ ਗਏ? ਅਖਬਾਰ, ਰੇਡੀਓ, ਟੈਲੀਵਿਜ਼ਨ। ਅਸੀਂ ਅਖਬਾਰ ਪੜ੍ਹਦੇ ਹਾਂ, ਉੱਤੇ ਖਬਰਾਂ ਦੇਖਦੇ ਹਾਂ, ਉੱਤੇ ਸਰਕਾਰਾਂ ਦੀਆਂ ਖਬਰਾਂ ਵੀ ਲੱਗੀਆਂ ਹੁੰਦੀਆਂ, ਜੋ ਘਟਨਾਵਾਂ ਵਾਪਰਦੀਆਂ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲਦੀ ਹੈ। ਟੈਲੀਵਿਜ਼ਨ ਦੇਖਦੇ ਹਾਂ, ਟੈਲੀਵਿਜ਼ਨ ਦੇ ਰਾਹੀਂ ਵੀ ਰਾਜਨੀਤਿਕ ਸੰਚਾਰ ਹੁੰਦਾ। ਸੋ ਰਾਜਨੀਤਿਕ ਸੰਚਾਰ ਦੋ ਤਰ੍ਹਾਂ ਨਾਲ ਹੈਲਪ ਕਰਦਾ। ਅਤੇ ਇੱਕ ਤਾਂ ਰਾਜਨੀਤਿਕ ਪ੍ਰਣਾਲੀ ਦੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਅੰਗ ਹੁੰਦੇ ਆ, ਉਹਨਾਂ ਅੰਗਾਂ ਦੇ ਵਿੱਚ ਤਾਲਮੇਲ ਰੱਖਣ ਦੇ ਲਈ ਰਾਜਨੀਤਿਕ ਸੰਚਾਰ ਹੈ ਜਿਹੜਾ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਤੇ ਲੋਕਾਂ ਦੀਆਂ ਮੰਗਾਂ ਵੀ ਰਾਜਨੀਤਿਕ ਸੰਚਾਰ ਦੇ ਰਾਹੀਂ ਰਾਜਨੀਤਿਕ ਪ੍ਰਣਾਲੀ ਤੱਕ ਪਹੁੰਚਦੀਆਂ ਹਨ ਅਤੇ ਰਾਜਨੀਤਿਕ ਪ੍ਰਣਾਲੀ ਦੇ ਫੈਸਲੇ ਆ ਜਿਹੜੇ ਉਹ ਵੀ ਲੋਕਾਂ ਤੱਕ ਰਾਜਨੀਤਿਕ ਸੰਚਾਰ ਦੇ ਸਾਧਨਾਂ ਰਾਹੀਂ ਹੀ ਪਹੁੰਚਦੇ ਹਨ। ਇਹ ਸੀ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ। ਨਿਕਾਸ ਕਾਰਜਾਂ ਦੇ ਵਿੱਚ ਅਸੀਂ ਗੱਲ ਕਰੀ ਸੀ। ਪਹਿਲਾ ਕਾਰਜ ਨਿਯਮ ਨਿਰਮਾਣ ਕਾਰਜ। ਕਿਹੜਾ ਅੰਗ ਕਰਦਾ ਸਰਕਾਰ ਦਾ? ਕਿਹੜਾ ਅੰਗ ਕਰਦਾ ਹੈ? ਯਾਦ ਕਰੋ, ਵਿਧਾਨ ਪਾਲਿਕਾ। ਨਿਯਮ ਨਿਰਮਾਣ ਦਾ ਕਾਰਜ, ਇਹ ਨਿਕਾਸ ਕਾਰਜ ਆ। ਅਗਲਾ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ। ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ। ਸੋ ਇਹ ਕਿਹੜਾ ਅੰਗ ਕਰਦਾ ਹੈ ਸਰਕਾਰ ਦਾ? ਕਾਰਜਪਾਲਿਕਾ। ਨਿਯਮ ਦਾ ਨਿਰਮਾਣ ਹੋ ਗਿਆ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਵੀ ਜ਼ਰੂਰੀ ਹੈ। ਤੀਸਰਾ ਨਿਯਮ ਨਿਪਟਾਰੇ ਦਾ ਕਾਰਜ ਜਾਂ ਨਿਯਮ ਨਿਰਣਾ ਕਾਰਜ, ਭਾਵ ਕਾਨੂੰਨ ਅਨੁਸਾਰ ਨਿਆਂ। ਇਹ ਕਿਹੜਾ ਅੰਗ ਕਰਦਾ? ਨਿਆਂਪਾਲਿਕਾ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਅਤੇ ਨਿਕਾਸ ਕਾਰਜ। ਇਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰਾਂ ਦੀ। ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਿਹੜੇ ਅੰਤਰ ਹੈ ਉਹ ਇਹ ਹੈ ਕਿ ਰਾਜ ਜਿਹੜਾ ਪੁਰਾਤਨ ਧਾਰਨਾ, ਪੁਰਾਣੀ ਧਾਰਨਾ, ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ, ਅਤੇ ਰਾਜਨੀਤਿਕ ਪ੍ਰਣਾਲੀ ਹੈ ਜਿਹੜੀ ਆਧੁਨਿਕ ਧਾਰਨਾ ਹੈ। ਕਿਹੜੀ ਸਦੀ ਦੀ ਦੇਣ ਹੈ ਇਹ? 20ਵੀਂ ਸਦੀ ਦੀ ਦੇਣ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਤੋਂ ਅੱਗੇ ਹੈ ਕਿ ਰਾਜ ਦੇ 4 ਜ਼ਰੂਰੀ ਤੱਤ ਆ, ਪਰ ਰਾਜਨੀਤਿਕ ਪ੍ਰਣਾਲੀ ਦੇ ਅਨੇਕਾਂ ਤੱਤ ਹਨ। ਰਾਜ ਦਾ ਸਰੂਪ ਸੰਬੰਧੀ ਅੰਤਰ ਹੈ ਇਹਦਾ ਮਤਲਬ। ਸੋ ਪਿਆਰੇ ਵਿਦਿਆਰਥੀਓ,
ਰਾਜ ਦੀਆਂ ਸੀਮਾਵਾਂ ਖੇਤਰੀ ਹੈ, ਬਾਉਂਡਰੀ ਸਾਨੂੰ ਪਤਾ ਕਿ ਕਿਹੜਾ ਰਾਜ ਕਿੱਥੋਂ ਤੱਕ ਹੈ, ਪਰ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਖੇਤਰੀ ਨਹੀਂ ਹੁੰਦੀਆਂ। ਹੁਣ ਜਦੋਂ ਅਸੀਂ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਬਣਾਉਂਦੇ ਹਾਂ ਤਾਂ ਕੌਣ ਬਣਾਉਂਦਾ? ਰਾਜਨੀਤਿਕ ਪ੍ਰਣਾਲੀ ਨਿਸ਼ਚਿਤ ਕਰਦੀ ਹੈ। तो फिर ਇਹਦਾ मतलब राजनीतिक प्रणाली ਦੀਆਂ सीमावां ਜਿਹੜੀਆਂ हद्दां टप गईयां, वो बाउंड्री ने रोक नहीं सकी उसनूं दूजे देशों ਨਾਲ संबंध ਜਦੋਂ ਅਸੀਂ ਬਣਾਉਂਦੇ ਹਾਂ। सो ਇਹ ਸਾਰੀਆਂ ਚੀਜ਼ਾਂ ਨੂੰ बहुत ही ਚੰਗੀ ਤਰ੍ਹਾਂ ਸਮਝਣਾ है। राजनीतिक प्रणाली ਦਾ अर्थ जेकर प्यारे विद्यार्थियों ਤੁਹਾਨੂੰ समझ आ गया कि राजनीतिक प्रणाली ਦਾ अर्थ की है ਤਾਂ ਤੁਸੀਂ ਸਾਰੇ ਦਾ ਸਾਰਾ ਚੈप्टर ही ਚੰਗੀ ਤਰ੍ਹਾਂ ਕਰ ਲਵੋਗੇ ਤੇ ਇਸ ਦਾ ਮੁੱਖ ਕੰਮ ਜੇਕਰ ਤੁਹਾਨੂੰ ਸਮਝ ਆ ਗਿਆ, ਮੈਨੂੰ ਆਸ ਹੈ ਕਿ ਭਾਵੇਂ ਭਾਗ ਪਹਿਲੇ ਦੇ ਵਿੱਚ ਤੁਹਾਨੂੰ ਕੁਝ ਕਠਿਨਾਈ ਆਈ ਹੋਵੇ ਕਿਉਂਕਿ ਚੈਪਟਰ ਨਵਾਂ ਇੰਟਰੋਡਿਊਸ ਤੁਹਾਡੇ ਨਾਲ ਹੋਇਆ, ਪਰ ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਕਿ ਰਾਜਨੀਤਿਕ ਪ੍ਰਣਾਲੀ ਕੀ ਹੈ, ਕਿਵੇਂ ਕੰਮ ਕਰਦੀ ਹੈ। ਮੈਂ ਤਾਂ ਇੱਕ ਸੌਖੀ ਉਦਾਹਰਨ ਦਿੰਦਾ ਹੁੰਦਾ ਕਿ ਰਾਜਨੀਤਿਕ ਪ੍ਰਣਾਲੀ ਵਾਸਤੇ ਵਿਦਿਆਰਥੀਆਂ ਨੂੰ ਕਿ ਗੰਨੇ ਦਾ ਜੂਸ ਕੱਢਣ ਵਾਲੀ ਮਸ਼ੀਨ ਤਾਂ ਜਿਹੜੀ ਹੈ ਤੁਸੀਂ ਆਮ ਹੀ ਦੇਖੀ ਹੈ, ਉਹਦੇ ਵਿੱਚ ਕੱਚਾ ਮਾਲ ਪਾਇਆ ਜਾਂਦਾ, ਜੂਸ ਨਿਕਲੀ ਜਾਂਦਾ, ਫਿਰ ਮੁੜ ਤੋਂ ਪਾਇਆ ਜਾਂਦਾ, ਫਿਰ ਮੁੜ ਤੋਂ ਪਾਇਆ ਜਾਂਦਾ, ਉਨਾ ਟਾਈਮ ਰੈਪੀਟੀਸ਼ਨ ਹੋਈ ਜਾਂਦੀ ਹੈ, ਦੁਹਰਾਈ ਹੋਈ ਜਾਂਦੀ ਜਦੋਂ ਤੱਕ ਪੂਰਾ ਜੂਸ ਉਸ ਗੰਨੇ ਦਾ ਨਹੀਂ ਨਿਕਲ ਜਾਂਦਾ। ਸੋ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅਸੀਂ ਗੱਲ ਕੀਤੀ ਸੀ, ਧਿਆਨ ਨਾਲ ਦੇਖੋ, ਯਾਦ ਕਰੋ ਕਿ ਲੋਕਾਂ ਦੀਆਂ ਮੰਗਾਂ ਰਾਜਨੀਤਿਕ ਪ੍ਰਣਾਲੀ ਤੱਕ ਗਈਆਂ, ਰਾਜਨੀਤਿਕ ਪ੍ਰਣਾਲੀ ਦੇ ਉੱਤੇ ਕੰਮ ਕਰਕੇ ਕਾਨੂੰਨ ਨਿਰਮਾਣ ਕੀਤਾ। ਜੇਕਰ ਲੋਕ ਉਹਨਾਂ ਨਿਰਣਿਆਂ ਤੋਂ ਖੁਸ਼ ਨਹੀਂ ਤਾਂ ਦੁਬਾਰਾ ਉਹਨਾਂ ਨੂੰ ਮੰਗਾਂ ਦੇ ਰੂਪ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੇ ਅੱਗੇ ਰੱਖ ਦਿੰਦੇ ਆ। ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਤੇ ਇਹ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਵੀ ਅਸੀਂ ਕੀਤੀ ਕਿ ਰਾਜਨੀਤਿਕ ਪ੍ਰਣਾਲੀ ਇੱਕ ਨਿਰੰਤਰ ਪ੍ਰਕਿਰਿਆ ਹੈ। ਇਸ ਚੀਜ਼ ਨੂੰ ਯਾਦ ਰੱਖਣਾ, ਸਮਝਣਾ ਵਾਸਤੇ ਇਸ ਚੀਜ਼ ਨੂੰ। ਸੋ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਕਚਰ ਬਹੁਤ ਪਸੰਦ ਆਇਆ ਹੋਵੇਗਾ, ਤੁਸੀਂ ਇਸ ਤੋਂ ਵਡਮੁੱਲੀ ਜਾਣਕਾਰੀ ਜਿਹੜੀ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਸੰਬੰਧੀ ਪ੍ਰਾਪਤ ਕਰ ਲਈ ਹੈ। ਅਸੀਂ ਦੋ ਤਰ੍ਹਾਂ ਦੇ ਕਾਰਜ ਕੀਤੇ ਆ, ਨਿਵੇਸ਼ ਕਾਰਜ ਤੇ ਨਿਕਾਸ ਕਾਰਜ। ਉਸ ਤੋਂ ਬਾਅਦ ਅਸੀਂ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰ ਕਿ ਕਿਹੜੇ ਅੰਤਰ ਆ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਉਹ ਕੀਤਾ ਹੈ। ਸੋ ਪਿਆਰੇ ਵਿਦਿਆਰਥੀਓ, ਬਹੁਤ ਹੀ ਧਿਆਨ ਦੇ ਨਾਲ ਇਸ ਚੈਪਟਰ ਨੂੰ ਸਮਝਣਾ ਹੈ, ਯਾਦ ਕਰਨਾ ਹੈ, ਰੱਟਾ ਨਹੀਂ ਲਾਉਣਾ, ਰੱਟੇ ਨਾਲ ਇਸ ਨੇ ਯਾਦ ਨਹੀਂ ਹੋਣਾ। ਕੌਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕੌਨਸੈਪਟ ਕੀ ਕਹਿ ਰਿਹਾ, ਗੱਲ ਕੀ ਹੋ ਰਹੀ ਹੈ। ਸੋ ਬਹੁਤ ਬਹੁਤ ਸ਼ੁਭ ਇਸ਼ਾਵਾਂ ਸਹਿਤ, ਸਤਿ ਸ਼੍ਰੀ ਅਕਾਲ।